ਕੈਪਟਨ ਸਰਕਾਰ ਆਈ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਦੋਸ਼ੀਆਂ ਨੂੰ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਕੀਤਾ ਜਾਊਗਾ, ਪਰ 4.5 ਸਾਲ ਬੀਤ ਚੁੱਕੇ ਆ, ਹਾਲੇ ਤੱਕ ਕਿਸੇ ਵੀ ਦੋਸ਼ੀ ਨੂੰ ਫੜ ਕੇ ਅੰਦਰ ਨਹੀਂ ਕੀਤਾ ਗਿਆ। ਕਿਵੇਂ ਵੇਖਦੇ ਹੋ? ਲੋਕਾਂ ਨੇ ਵਿਸ਼ਵਾਸ ਕਰਕੇ ਕੈਪਟਨ ਨੂੰ ਵੋਟਾਂ ਪਾਈਆਂ, ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ, ਪਰ ਉਹ ਪੈੜਾਂ ਪਤਾ ਨਹੀਂ ਕਿਹੜੇ ਪਾਸੇ ਗਈਆਂ। ਗੁਟਕਾ ਸਾਹਿਬ ਹੱਥਾਂ ਵਿੱਚ ਲੈ ਕਰਕੇ ਜਿਹੜਾ ਪਰਨ ਕੀਤਾ ਸੀ, ਉਹ ਪਰਨ ਪਤਾ ਨਹੀਂ ਕਿਹੜੇ ਪਾਸੇ ਗਿਆ। ਜੇਕਰ ਆਪਾਂ ਸਰਕਾਰਾਂ ਦੇ ਪਾਸੋਂ ਇਨਸਾਫ ਦੀ ਮੰਗ ਜਾਂ ਇੱਛਾ ਰੱਖਾਂਗੇ ਤੇ ਮੈਂ ਸਮਝਦਾ ਗੁਰਮੁਖੋ ਸਾਡੀ ਇਹ ਬੇਸਮਝੀ ਤੇ ਅਣਗਹਿਲੀ ਆ। ਸਰਕਾਰਾਂ ਕਦੇ ਵਾਸਤੇ ਕਦੇ ਵੀ ਇਨਸਾਫ ਨਹੀਂ ਦਿਲਵਾਉਂਦੀਆਂ। ਗੁਰਬਾਣੀ ਦੇ ਸਿਧਾਂਤ ਨੂੰ ਲਾਗੂ ਕਰਕੇ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਚੰਦੂ ਨੂੰ ਨਕੇਲ ਨੱਥ ਪਾ ਕਰਕੇ ਘਰ ਘਰ ਦਰਵਾਜ਼ੇ ਦੇ ਅੱਗੇ ਨਚਾਇਆ। ਉਸੇ ਲਾਹੌਰ ਦੀ ਧਰਤੀ ਤੇ ਜਾ ਕਰਕੇ ਚੰਦੂ ਨੂੰ ਗੁਰਮੁਖੋ ਕੁੱਤੇ ਦੀ ਮੌਤ ਮਾਰਿਆ ਸੀ। ਇਸੇ ਤਰ੍ਹਾਂ 4 ਜੰਗਾਂ ਕੀਤੀਆਂ ਤੇ 4 ਜੰਗਾਂ ਦੇ ਦੌਰਾਨ 6ਵੇਂ ਪਾਤਸ਼ਾਹ ਨੇ ਸਾਨੂੰ ਹੁਕਮ ਕੀ ਕੀਤਾ ਕਿ 3 ਫੁੱਟੀ ਕਿਰਪਾਨ ਹਰ ਇੱਕ ਗੁਰਸਿੱਖ ਨੇ ਆਪਣੇ ਗਾਤਰੇ ਰੱਖਣੀ ਆ। ਤੇ ਇਹੀ ਸਿਧਾਂਤ ਕਲਗੀਧਰ ਪਾਤਸ਼ਾਹ ਨੇ ਸਾਨੂੰ ਦੱਸਿਆ, ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ। ਤੇ ਦਸਮ ਬਾਣੀ ਅੰਦਰ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਆ, ਬਿਨਾ ਸ਼ਸਤਰ ਕੇਸੰ ਨਰੰਗ ਪਿੰਡ ਜਾਨੂ ਗਹਿ ਕਾਨ ਤਾਕੂ ਕੀਤਾ ਲੈ ਸਿਧਾਨੋ, ਇਹ ਮੂਰ ਆਗਿਆ ਸੁਨੂ ਹੋਏ ਪਿਆਰੇ, ਬਿਨਾ ਸ਼ਸਤਰ ਕੇਸੰ ਨਾ ਦੇਵੋਂ ਦਦਾਰੇ। ਮੰਗ ਆਪਣੇ ਹੱਕਾਂ ਦੀ ਪ੍ਰਾਪਤੀ ਆਪਾਂ ਨੂੰ ਆਪ ਕਰਨੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਾਨੂੰ ਆਪਣੇ ਆਪ ਬਹਾਲ ਕਰਾਉਣਾ ਚਾਹੀਦਾ। ਨਾ ਸਰਕਾਰਾਂ ਨੇ ਪਹਿਲਾਂ ਕਰਵਾਇਆ, ਨਾ ਹੁਣ ਕਰਵਾਉਣਾ। ਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਬਦਲ ਸਕਦੀ ਆ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿਸੇ ਦੇ ਮਨ ਦੇ ਅੰਦਰ ਨਹੀਂ, ਕਿਉਂਕਿ ਰਾਜਨੀਤਿਕਾਂ ਨੇ ਆਪਣੀ ਕੁਰਸੀ ਕਾਇਮ ਰੱਖਣੀ ਹੋਣੀ, ਆਪਣੀ ਕੁਰਸੀ ਕਾਇਮ ਰੱਖਣੀ ਆ। ਕਿਸੇ ਧਰਮ ਦਾ, ਧਾਰਮਿਕ ਗ੍ਰੰਥ ਦਾ ਸਤਿਕਾਰ ਇਹਨਾਂ ਦੇ ਵੱਸ ਦੀ ਗੱਲ ਨਹੀਂ। ਭਾਈ ਸਾਹਿਬ, ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਕਿ ਜਿੰਨੇ ਬੇਅਦਬੀ ਕੀਤੀ ਹੈ ਤੇ ਜਿੰਨੇ ਕਰਵਾਈ ਆ ਉਹਦਾ ਕੁਛ ਨਾ ਰਵੇ। ਕਿਵੇਂ ਵੇਖਦੇ ਬਿਆਨ ਨੂੰ? ਗੁਰਮੁਖੋ ਜਿਹੜਾ ਸੁਖਬੀਰ ਬਾਦਲ ਆ, ਇਹਦਾ ਆਮ ਜਨਤਾ ਨੇ ਨਾਂ ਰੱਖਿਆ ਸੁੱਖਾ ਅਮਲੀ ਤੇ ਸੁੱਖਾ ਗੱਪੀ। ਜਿਹੋ ਜੇ ਬੰਦਾ ਕੰਮ ਕਰਦਾ ਤੇ ਦੁਨੀਆ ਦੇ ਲੋਕ ਗੁਰਮੁਖੋ ਉਹ ਜ਼ਿਆਦਾ ਨਾਂ ਉਹਦਾ ਤਖੱਲਸ ਪਾ ਸਕਦੇ ਆ। ਇਸ ਕਰਕੇ ਜਿਹੜੇ ਸਰਕਾਰੀ ਅਹੁਦੇਦਾਰ ਹੁੰਦੇ ਆ ਉਹਨਾਂ ਦਾ ਕੰਮ ਹੈ ਝੂਠ ਮਾਰਨਾ, ਤੇ ਝੂਠ ਤੇ ਕਦੇ ਵਾਸਤੇ ਵਿਸ਼ਵਾਸ ਨਾ ਕਰਨਾ। ਸਰਕਾਰਾਂ ਦਾ ਕੰਮ ਹੁੰਦਾ ਆਪਣੀ ਕੁਰਸੀ ਲੈਣ ਵਾਸਤੇ ਜਾਂ ਕੁਰਸੀ ਨੂੰ ਕਾਇਮ ਰੱਖਣ ਵਾਸਤੇ ਇਹੋ ਜਿਹੇ ਝੂਠ, ਇਹੋ ਜਿਹੇ ਸ਼ੋਸ਼ੇ ਅਕਸਰ ਸਰਕਾਰੀ ਰਾਜਨੀਤਿਕ ਬੰਦੇ ਕਰਦੇ ਹੁੰਦੇ ਆ। ਤੇ ਆਪਾਂ ਨੂੰ ਇਹਨਾਂ ਦੀਆਂ ਗੱਲਾਂ ਤੇ ਕਦੇ ਵਾਸਤੇ ਯਕੀਨ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹਦਾ ਨਾਂ ਹੀ ਆਮ ਜਨਤਾ ਨੇ ਸੁੱਖਾ ਗੱਪੀ ਤੇ ਸੁੱਖਾ ਅਮਲੀ ਪਾਇਆ। ਇਹਨਾਂ ਲੋਕਾਂ ਦੀਆਂ ਗੱਲਾਂ ਤੇ ਕਦੇ ਆਪਾਂ ਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਤਾਂ ਕੀ ਹੁਣ ਤੁਹਾਨੂੰ ਲੱਗਦਾ ਹੈ ਕਿ ਜੋ ਹੁਣ ਚਰਨਜੀਤ ਸਿੰਘ ਚੰਨੀ ਆ ਗਏ ਨੇ ਜਾਂ ਹੋਰ ਜਿਹੜੇ ਕੈਬਨਿਟ ਮਿਨਿਸਟਰ ਆਂਦੇ ਸੀ ਕਿ ਬਾਦਲਾਂ ਨਾਲ ਰਲੇ ਹੋਇਆ, ਹੁਣ ਇਹ ਕੁਛ ਕਰਨਗੇ ਪੰਜਾਬ ਦੇ ਲਈ? ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਉਹਨਾਂ ਦੋਸ਼ੀਆਂ ਨੂੰ ਫੜ ਕੇ ਅੰਦਰ ਕੀਤਾ ਜਾਊਗਾ? ਗੁਰਮੁਖੋ ਇਹ ਰਾਜ ਸੱਤਾ ਦੀ ਕੁਰਸੀ ਹੈ, ਇਹਦੇ ਤੇ ਕੋਈ ਵੀ ਜਿਹੜਾ ਆ ਕਰਕੇ ਬੈਠ ਜਾਵੇ, ਇਸ ਸੱਤਾ ਤੇ ਬੈਠੇ ਹੋਏ ਮਨੁੱਖ ਦੇ ਪਾਸੋਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਗੱਲ ਜਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਕੀਤੀ ਹੈ ਉਹਨਾਂ ਨੂੰ ਸਜ਼ਾ ਦਿਵਾਉਣ ਦੀ ਆਸ ਰੱਖੀ ਤੇ ਮੈਂ ਸਮਝਦਾ ਕਿ ਸਾਡੀ ਬੇਸਮਝੀ ਹੋਵੇਗੀ। ਰਾਜਨੀਤਿਕ ਬੰਦੇ ਕਦੇ ਵਾਸਤੇ ਇਨਸਾਫ ਨਹੀਂ ਕਰਨਗੇ। ਰਾਜਨੀਤਿਕ ਬੰਦੇ ਕਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਕਦੇ ਬਹਾਲ ਕਰਾਉਣ ਵਾਸਤੇ ਕੋਈ ਉਪਰਾਲਾ ਯਤਨ ਨਹੀਂ ਕਰਨਗੇ। ਕੋਈ ਵੀ ਬੰਦਾ ਆ ਜਾਵੇ, ਕੁਰਸੀ ਉਹ ਰਹਿਣੀ ਆ, ਉਹਨਾਂ ਦਾ ਸਿਧਾਂਤ ਵੀ ਉਹੀ ਰਹਿਣਾ, ਉਹਨਾਂ ਦੇ ਕੋਲੋਂ ਜਿਹੜੀ ਆਸ ਰੱਖਣੀ ਆ, ਮੈਂ ਸਮਝਦਾ ਕਿ ਅਣਗਹਿਲੀ ਤੇ ਬੇਸਮਝੀ ਆ। ਇਹ ਕਦੇ ਵਾਸਤੇ ਸਾਨੂੰ ਇਨਸਾਫ ਨਹੀਂ ਦਿਵਾਉਣਗੇ। ਪੰਜਾਬ ਦੇ ਵਰਗ ਦੇ ਲੋਕਾਂ ਨੂੰ ਆਪਣੀ ਇੱਕੋ ਮੰਗ ਰੱਖਣੀ ਚਾਹੀਦੀ ਆ ਕਿ ਪੰਜਾਬ ਦੇ ਵਿੱਚ ਕੋਈ ਨਸ਼ਾ ਨਾ ਹੋਵੇ। ਸਮੁੱਚੇ ਪੰਜਾਬ ਦੇ ਜਿੰਨੇ ਵੀ ਧਰਮੀ ਲੋਕ ਆ, ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਵੇ, ਧਰਮ ਦੇ ਅਧਾਰਿਆਂ ਦਾ ਸਤਿਕਾਰ ਕੀਤਾ ਜਾਵੇ, ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕੀਤਾ ਜਾਵੇ। ਜਦੋਂ ਸਮੁੱਚਾ ਪੰਜਾਬ ਵਰਗ ਆਪਣੀ ਮੰਗ ਆਈ ਰਾਜਨੀਤਿਕ ਦੇ ਅੱਗੇ ਰੱਖੇਗਾ, ਫਿਰ ਉਹਨਾਂ ਦੀ ਗੁਰਮੁਖੋ ਮਜਬੂਰੀ ਬਣ ਜਾਣੀ ਆ। ਜੇਕਰ ਆਪਾਂ ਸਮੁੱਚੇ ਪੰਜਾਬੀ ਲੋਕ ਪੰਜਾਬ ਦਾ ਆਉਣ ਵਾਲਾ ਭਵਿੱਖ ਉਜਲਾ ਬਣਾਉਣਾ ਚਾਹੁੰਦੇ ਆ
ਤੇ ਆਪਾਂ ਨੂੰ ਫਿਰ ਸਾਫ਼ ਸੁਥਰਾ ਚਿਹਰਾ ਅੱਗੇ ਲਿਆਉਣ ਦੀ ਜ਼ਰੂਰਤ ਆ। ਤੇ ਜੇਕਰ ਸੋਨੀਆ ਦਲ, ਬਾਦਲ ਦਲ, ਗੁਰਮੁਖੋ ਇਹਨਾਂ ਨੂੰ ਵੋਟਾਂ ਪਾਓਗੇ ਤੇ ਸਮਝਦੇ ਹਾਂ ਕਿ ਪੰਜਾਬ ਦਾ ਭਵਿੱਖ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਗੰਧਲਾ, ਹੋਰ ਵੀ ਧੁੰਦਲਾ ਹੋਵੇਗਾ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਦੇਖ ਰਹੇ ਹੋ ਤੁਸੀਂ। ਪਿਛਲੇ ਲੰਬੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਬੇਅਦਬੀਆਂ ਲਗਾਤਾਰ ਹੋ ਰਹੀਆਂ ਹਨ। ਸੋ ਇਸ ਦੇ ਉੱਤੇ ਚਾਹੇ ਕੋਈ ਵੀ ਪੰਜਾਬ ਦੀ ਪਾਰਟੀ ਆ ਉਹ ਸਿਆਸਤ ਕਰਦੀ ਨਜ਼ਰ ਆਉਂਦੀ ਆ। ਸੋ ਅਸੀਂ ਇਸ ਸਮੇਂ ਪਹੁੰਚ ਚੁੱਕੇ ਆ ਅਜਨਾਲਾ ਦੇ ਵਿੱਚ, ਔਰ ਸਾਡੇ ਨਾਲ ਭਾਈ ਅਮਰੀਕ ਸਿੰਘ ਜੀ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕੀ ਕਹਿਣਾ ਚਾਹੁੰਦੇ ਹੋ? ਅੱਜ ਤੱਕ ਜੇਕਰ ਇਸ ਸਰਕਾਰ ਦੀ ਵੀ ਗੱਲ ਕਰੀਏ ਤਾਂ 4.5 ਸਾਲ ਜਿਹੜੇ ਹੋ ਚੁੱਕੇ ਨੇ, ਔਰ ਜਦ ਕੈਪਟਨ ਸਰਕਾਰ ਆਈ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਦੋਸ਼ੀਆਂ ਨੂੰ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਕੀਤਾ ਜਾਊਗਾ। ਪਰ 4.5 ਸਾਲ ਬੀਤ ਚੁੱਕੇ ਆ, ਹਾਲੇ ਤੱਕ ਕਿਸੇ ਵੀ ਦੋਸ਼ੀ ਨੂੰ ਫੜ ਕੇ ਅੰਦਰ ਨਹੀਂ ਕੀਤਾ ਗਿਆ। ਕਿਵੇਂ ਵੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਪਟਨ ਅਮਰਿੰਦਰ ਸਿੰਘ ਵੱਲੋਂ ਜਦੋਂ ਚੋਣਾਂ ਦੌਰਾਨ ਆਪਣਾ ਵੱਖ-ਵੱਖ ਸਟੇਜਾਂ 'ਤੇ ਪ੍ਰਚਾਰ ਕੀਤਾ ਗਿਆ, ਉਹਨਾਂ ਨੇ ਇਹ ਜਨਤਾ ਨੂੰ ਦੱਸਿਆ ਕਿ ਬੇਅਦਬੀ ਦੀਆਂ ਪੈੜਾਂ ਬਾਦਲ ਪਰਿਵਾਰ ਵੱਲ ਜਾਂਦੀਆਂ, ਅਤੇ ਨਾਲ ਹੀ ਕੈਪਟਨ ਵੱਲੋਂ ਗੁਟਕਾ ਸਾਹਿਬ ਆਪਣੇ ਹੱਥਾਂ ਵਿੱਚ ਲੈ ਕਰਕੇ ਸਹੁੰ ਖਾ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਸੀ। ਗੁਰਮੁਖੋ, ਕਲਗੀਧਰ ਪਾਤਸ਼ਾਹ ਨੇ ਹਜ਼ੂਰ ਸਾਹਿਬ ਦੀ ਪਾਵਨ ਧਰਤੀ 'ਤੇ 52 ਬਚਨ ਕੀਤੇ ਆ। ਉਹਨਾਂ 52 ਬਚਨਾਂ ਦੇ ਵਿੱਚ ਇੱਕ ਬਚਨ ਆਉਂਦਾ ਹੈ, ਜਿਹੜਾ ਵੀ ਕੋਈ ਮਨੁੱਖ ਸਹੁੰ ਖਾ ਕੇ ਕਿਸੇ ਨੂੰ ਯਕੀਨ ਦਿਵਾਉਂਦਾ ਹੈ, ਸਿੱਖ ਨੇ ਉਹਦੇ 'ਤੇ ਵਿਸ਼ਵਾਸ ਨਹੀਂ ਕਰਨਾ। ਇਸ ਕਰਕੇ ਅਸੀਂ ਕੈਪਟਨ ਦੀ ਇਸ ਸਪੀਚ ਜਾਂ ਪ੍ਰਚਾਰ ਦਾ ਗੁਰਮੁਖੋ ਸ਼ਿਕਾਰ ਹੋਏ। ਦੂਜਾ ਉਹਨੇ ਪਰਨ ਕੀਤਾ ਸੀ ਕਿ ਬੇਅਦਬੀ ਦੀਆਂ ਪੈੜਾਂ ਬਾਦਲ ਪਰਿਵਾਰ ਵੱਲ ਜਾਂਦੀਆਂ। ਲੋਕਾਂ ਨੇ ਵਿਸ਼ਵਾਸ ਕਰਕੇ ਕੈਪਟਨ ਨੂੰ ਵੋਟਾਂ ਪਾਈਆਂ, ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਾ, ਪਰ ਉਹ ਪੈੜਾਂ ਪਤਾ ਨਹੀਂ ਕਿਹੜੇ ਪਾਸੇ ਗਈਆਂ। ਗੁਟਕਾ ਸਾਹਿਬ ਹੱਥਾਂ ਵਿੱਚ ਲੈ ਕਰਕੇ ਜਿਹੜਾ ਪਰਨ ਕੀਤਾ ਸੀ, ਉਹ ਪਰਨ ਪਤਾ ਨਹੀਂ ਕਿਹੜੇ ਪਾਸੇ ਗਿਆ। ਜੇਕਰ ਆਪਾਂ ਸਰਕਾਰਾਂ ਦੇ ਪਾਸੋਂ ਇਨਸਾਫ ਦੀ ਮੰਗ ਜਾਂ ਇੱਛਾ ਰੱਖਾਂਗੇ ਤੇ ਮੈਂ ਸਮਝਦਾ ਗੁਰਮੁਖੋ ਸਾਡੀ ਇਹ ਬੇਸਮਝੀ ਤੇ ਅਣਗਹਿਲੀ ਆ। ਸਰਕਾਰਾਂ ਕਦੇ ਵਾਸਤੇ ਕਦੇ ਵੀ ਇਨਸਾਫ ਨਹੀਂ ਦਿਲਵਾਉਂਦੀਆਂ। ਸੰਨ 78 ਦੀ ਵਿਸਾਖੀ ਵਾਲਾ ਕਾਂਡ ਸਾਡੇ ਸਾਹਮਣੇ ਆ, ਉਹਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ। ਜਿਸ ਕਾਂਡ ਵਿੱਚ 13 ਸਿੰਘ ਸ਼ਹੀਦ ਹੋਏ ਤੇ ਅਣਗਿਣਤ ਫੱਟੜ ਹੋਏ, ਇਨਸਾਫ ਅਜੇ ਤੱਕ ਨਹੀਂ ਮਿਲਿਆ। 84 ਦਾ ਅਟੈਕ ਹੋਇਆ, ਘੱਲੂਘਾਰਾ ਵਾਪਰਿਆ, ਉਹਦਾ ਇਨਸਾਫ ਅਜੇ ਸਿੱਖ ਪੰਥ ਨੂੰ ਨਹੀਂ ਮਿਲਿਆ। 84 ਦੇ ਘੱਲੂਘਾਰੇ, ਦਿੱਲੀ ਦਾ ਘੱਲੂਘਾਰਾ, ਕਾਨਪੁਰ ਦਾ, ਲਖਨਊ ਦਾ, ਹੋਰ ਵੱਡੇ ਵੱਡੇ ਦੇਸ਼ਾਂ ਵਿੱਚ ਸਿੱਖ ਸੰਗਤਾਂ ਦਾ, ਸਿੱਖ ਪਰਿਵਾਰਾਂ ਦਾ ਕਤਲੇਆਮ ਹੋਇਆ। ਗੁਰਮੁਖੋ, ਕੋਈ ਇਨਸਾਫ ਨਹੀਂ ਮਿਲਿਆ। ਸਰਕਾਰਾਂ ਕਦੇ ਵਾਸਤੇ ਇਨਸਾਫ ਨਹੀਂ ਦਿਵਾਉਂਦੀਆਂ। ਇਤਿਹਾਸ ਗਵਾਹ, ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਹਾਂਗੀਰ ਬਾਦਸ਼ਾਹ ਦੇ ਰਾਜ ਦੇ ਸਮੇਂ ਚੰਦੂ ਵੱਲੋਂ ਤਸੀਹੇ ਦੇ ਕਰਕੇ ਸ਼ਹੀਦ ਕੀਤਾ ਗਿਆ ਕਿ 6ਵੇਂ ਪਾਤਸ਼ਾਹ ਨੇ ਇਨਸਾਫ ਤੇ ਹੱਕ ਜਹਾਂਗੀਰ ਬਾਦਸ਼ਾਹ ਦੇ ਕੋਲੋਂ ਮੰਗਿਆ ਸੀ? ਨਹੀਂ। ਗੁਰਬਾਣੀ ਦਾ ਬਚਨ ਹੈ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਗੁਰਬਾਣੀ ਦੇ ਸਿਧਾਂਤ ਨੂੰ ਲਾਗੂ ਕਰਕੇ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਚੰਦੂ ਨੂੰ ਨਕੇਲ ਨੱਥ ਪਾ ਕਰਕੇ ਘਰ ਘਰ ਦਰਵਾਜ਼ੇ ਦੇ ਅੱਗੇ ਨਚਾਇਆ। ਉਸੇ ਲਾਹੌਰ ਦੀ ਧਰਤੀ 'ਤੇ ਜਾ ਕਰਕੇ ਚੰਦੂ ਨੂੰ ਗੁਰਮੁਖੋ ਕੁੱਤੇ ਦੀ ਮੌਤ ਮਾਰਿਆ ਸੀ। ਇਸੇ ਤਰ੍ਹਾਂ 4 ਜੰਗਾਂ ਕੀਤੀਆਂ ਤੇ 4 ਜੰਗਾਂ ਦੇ ਦੌਰਾਨ 6ਵੇਂ ਪਾਤਸ਼ਾਹ ਨੇ ਸਾਨੂੰ ਹੁਕਮ ਕੀ ਕੀਤਾ ਕਿ 3 ਫੁੱਟੀ ਕਿਰਪਾਨ ਹਰ ਇੱਕ ਗੁਰਸਿੱਖ ਨੇ ਆਪਣੇ ਗਾਤਰੇ ਰੱਖਣੀ ਆ। ਤੇ ਇਹੀ ਸਿਧਾਂਤ ਕਲਗੀਧਰ ਪਾਤਸ਼ਾਹ ਨੇ ਸਾਨੂੰ ਦੱਸਿਆ, ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ। ਤੇ 10ਮ ਬਾਣੀ ਅੰਦਰ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਆ, ਬਿਨਾ ਸ਼ਸਤਰ ਕੇਸੰ ਨਰੰਗ ਪਿੰਡ ਜਾਨੂ, ਗਹਿ ਕਾਨ ਤਾਕੂ ਕੀਤਾ ਲੈ ਸਿਧਾਨੋ, ਇਹ ਮੂਰ ਆਗਿਆ ਸੁਨੂ ਹੋਏ ਪਿਆਰੇ, ਬਿਨਾ ਸ਼ਸਤਰ ਕੇਸੰ ਨਾ ਦੇਵੋਂ ਦਦਾਰੇ। ਜਿੰਨਾ ਚਿਰ ਤੱਕ ਗੁਰਮੁਖੋ ਆਪਾਂ ਮੀਰੀ ਪੀਰੀ ਦਾ ਸਿਧਾਂਤ ਲਾਗੂ ਨਹੀਂ ਕਰਦੇ, ਉਹ ਕੀ ਆ, ਹਰ ਇੱਕ ਗੁਰਸਿੱਖ ਭਾਵੇਂ ਮਾਈ ਤੇ ਭਾਵੇਂ ਭਾਈ ਆ, ਆਪਣੇ ਗਾਤਰੇ 3 ਫੁੱਟੀ ਕਿਰਪਾਨ ਰੱਖੇ, ਆਪਣੇ ਹੱਥ ਵਿੱਚ
ਪੰਥ ਦੀ ਸੇਵਾ ਕਰਨ ਵਾਸਤੇ, ਪੰਥ ਦੀ ਹਮਾਇਤ ਕਰਨ ਵਾਸਤੇ ਵਰਛਾ ਰੱਖੇ ਤੇ ਸ਼ਾਸਤਰ ਵਿਦਿਆ ਰੱਖੇ। ਜਦੋਂ ਗੁਰਮੁਖੋ ਰਾਗੀ, ਢਾਡੀ, ਕਵੀਸ਼ਰ ਭਾਵੇਂ ਗ੍ਰਸਤੀ ਪਰਿਵਾਰਾਂ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ, ਦਸਾਂ ਨੌਆਂ ਦੀ ਕਿਰਤ ਕਰਦੇ ਆ, ਜਦੋਂ ਹਰ ਇੱਕ ਬੱਚੇ ਤੋਂ ਲੈ ਕਰਕੇ ਬਜ਼ੁਰਗ ਤੱਕ, ਮਾਈ ਭਾਈ ਸਾਰਾ ਸਿੱਖ ਵਰਗ ਸ਼ਾਸਤਰਧਾਰੀ ਹੋ ਗਿਆ, ਉਸ ਦਿਨ ਤੋਂ ਗੁਰਮੁਖੋ ਬੇਅਦਬੀਆਂ ਆਪਣੇ ਆਪ ਰੁਕ ਜਾਣਗੀਆਂ। ਸਾਨੂੰ ਪ੍ਰਸ਼ਾਸਨ ਕੋਲੇ, ਸਾਨੂੰ ਸਰਕਾਰ ਕੋਲੇ ਜਾਂ ਹੋਰ ਕੋਲੇ ਇਨਸਾਫ ਲੈਣ ਦੀ ਮੰਗ ਨਹੀਂ ਰੱਖਣੀ ਚਾਹੀਦੀ। ਆਪਾਂ ਨੂੰ ਆਪਣੇ ਹੱਕ, ਆਪਣਾ ਸਿਧਾਂਤ ਜਿਹੜਾ ਮੀਰੀ ਪੀਰੀ ਦਾ ਸਿਧਾਂਤ, ਉਹਦੇ 'ਤੇ ਪਹਿਰਾ ਦੇ ਕਰਕੇ ਆਪਣੇ ਹੱਕਾਂ ਦੀ ਮੰਗ, ਆਪਣੇ ਹੱਕਾਂ ਦੀ ਪ੍ਰਾਪਤੀ ਆਪਾਂ ਨੂੰ ਆਪ ਕਰਨੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਾਨੂੰ ਆਪਣੇ ਆਪ ਬਹਾਲ ਕਰਾਉਣਾ ਚਾਹੀਦਾ। ਨਾ ਸਰਕਾਰਾਂ ਨੇ ਪਹਿਲਾਂ ਕਰਵਾਇਆ, ਨਾ ਹੁਣ ਕਰਵਾਉਣਾ, ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਬਦਲ ਸਕਦੀ ਆ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿਸੇ ਦੇ ਮਨ ਦੇ ਅੰਦਰ ਨਹੀਂ, ਕਿਉਂਕਿ ਰਾਜਨੀਤਿਕਾਂ ਨੇ ਆਪਣੀ ਕੁਰਸੀ ਕਾਇਮ ਰੱਖਣੀ ਹੋਣੀ, ਆਪਣੀ ਕੁਰਸੀ ਕਾਇਮ ਰੱਖਣੀ ਆ। ਕਿਸੇ ਧਰਮ ਦਾ, ਧਾਰਮਿਕ ਗ੍ਰੰਥ ਦਾ ਸਤਿਕਾਰ ਇਹਨਾਂ ਦੇ ਵੱਸ ਦੀ ਗੱਲ ਨਹੀਂ, ਨਾ ਇਹਨਾਂ ਨੇ ਕੀਤਾ ਅਤੇ ਨਾ ਇਹਨਾਂ ਨੇ ਗੁਰਮੁਖੋਂ ਕਰਵਾਉਣਾ। ਇਸ ਕਰਕੇ ਆਪਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ, ਗੁਰੂ ਗ੍ਰੰਥ ਅਤੇ ਪੰਥ ਦੇ ਸਤਿਕਾਰ ਵਾਸਤੇ ਆਪਾਂ ਨੂੰ ਆਪ ਉਪਰਾਲੇ ਕਰਨੇ ਚਾਹੀਦੇ ਨੇ। ਭਾਈ ਸਾਹਿਬ, ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਕਿ ਜਿੰਨੇ ਬੇਅਦਬੀ ਕੀਤੀ ਹੈ ਤੇ ਜਿੰਨੇ ਕਰਵਾਈ ਆ ਉਹਦਾ ਕੁਛ ਨਾ ਰਵੇ। ਕਿਵੇਂ ਵੇਖਦੇ ਬਿਆਨ ਨੂੰ? ਗੁਰਮੁਖੋ ਜਿਹੜਾ ਸੁਖਬੀਰ ਬਾਦਲ ਆ, ਇਹਦਾ ਆਮ ਜਨਤਾ ਨੇ ਨਾਂ ਰੱਖਿਆ ਸੁੱਖਾ ਅਮਲੀ ਤੇ ਸੁੱਖਾ ਗੱਪੀ। ਜਿਹੋ ਜੇ ਬੰਦਾ ਕੰਮ ਕਰਦਾ ਤੇ ਦੁਨੀਆ ਦੇ ਲੋਕ ਗੁਰਮੁਖ ਉਹ ਜ਼ਿਆਦਾ ਨਾਂ ਉਹਦਾ ਤਖੱਲਸ ਪਾ ਸਕਦੇ ਆ। ਇਸ ਕਰਕੇ ਜਿਹੜੇ ਸਰਕਾਰੀ ਅਹੁਦੇਦਾਰ ਹੁੰਦੇ ਆ, ਉਹਨਾਂ ਦਾ ਕੰਮ ਹੈ ਝੂਠ ਮਾਰਨਾ, ਅਤੇ ਝੂਠ 'ਤੇ ਕਦੇ ਵਾਸਤੇ ਵਿਸ਼ਵਾਸ ਨਾ ਕਰਨਾ। ਸਰਕਾਰਾਂ ਦਾ ਕੰਮ ਹੁੰਦਾ ਆਪਣੀ ਕੁਰਸੀ ਲੈਣ ਵਾਸਤੇ ਜਾਂ ਕੁਰਸੀ ਨੂੰ ਕਾਇਮ ਰੱਖਣ ਵਾਸਤੇ ਇਹੋ ਜਿਹੇ ਝੂਠ, ਇਹੋ ਜਿਹੇ ਸ਼ੋਸ਼ੇ ਅਕਸਰ ਸਰਕਾਰੀ ਰਾਜਨੀਤਿਕ ਬੰਦੇ ਕਰਦੇ ਹੁੰਦੇ ਆ, ਅਤੇ ਆਪਾਂ ਨੂੰ ਇਹਨਾਂ ਦੀਆਂ ਗੱਲਾਂ 'ਤੇ ਕਦੇ ਵਾਸਤੇ ਯਕੀਨ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹਦਾ ਨਾਂ ਹੀ ਆਮ ਜਨਤਾ ਨੇ ਸੁੱਖਾ ਗੱਪੀ ਅਤੇ ਸੁੱਖਾ ਅਮਲੀ ਪਾਇਆ। ਇਹਨਾਂ ਲੋਕਾਂ ਦੀਆਂ ਗੱਲਾਂ 'ਤੇ ਕਦੇ ਆਪਾਂ ਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਭਾਈ ਸਾਹਿਬ, ਕੈਪਟਨ ਅਮਰਿੰਦਰ ਸਿੰਘ ਜੋ ਨੇ ਉਹ ਸੀਐਮ ਦੀ ਕੁਰਸੀ ਤੋਂ ਉਤਰ ਚੁੱਕੇ ਨੇ, ਔਰ ਚਰਨਜੀਤ ਸਿੰਘ ਚੰਨੀ ਜਿਹੜੀ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਸਹੁੰ ਚੁੱਕ ਕੇ ਹੁਣ ਆਪਣੀਆਂ ਸੇਵਾਵਾਂ ਪੰਜਾਬ ਦੇ ਵਿੱਚ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਕਿਉਂਕਿ ਜਦ ਕੈਪਟਨ ਅਮਰਿੰਦਰ ਸਿੰਘ ਸੀ ਤਾਂ ਇਹਨਾਂ ਵੱਲੋਂ ਨਵਜੋਤ ਸਿੰਘ ਸਿੱਧੂ ਚਾਹੇ ਹੋਰ ਕੈਬਨਿਟ ਦੇ ਮਿਨਿਸਟਰ ਨੇ, ਉਹਨਾਂ ਵੱਲੋਂ ਇੱਕ ਵਿਰੋਧ ਦਰਜ ਕਰਵਾਇਆ ਜਾਂਦਾ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨਾਲ ਰਲ ਕੇ ਹਾਲੇ ਤੱਕ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਨਹੀਂ ਕੀਤੀ। ਤਾਂ ਕੀ ਹੁਣ ਤੁਹਾਨੂੰ ਲੱਗਦਾ ਹੈ ਕਿ ਜੋ ਹੁਣ ਚਰਨਜੀਤ ਸਿੰਘ ਚੰਨੀ ਆ ਗਏ ਨੇ ਜਾਂ ਹੋਰ ਜਿਹੜੇ ਕੈਬਨਿਟ ਮਿਨਿਸਟਰ ਆਉਂਦੇ ਸੀ ਕਿ ਬਾਦਲਾਂ ਨਾਲ ਰਲੇ ਹੋਏ ਆ, ਹੁਣ ਇਹ ਕੁਛ ਕਰਨਗੇ ਪੰਜਾਬ ਦੇ ਲਈ, ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਉਹਨਾਂ ਦੋਸ਼ੀਆਂ ਨੂੰ ਫੜ ਕੇ ਅੰਦਰ ਕੀਤਾ ਜਾਊਗਾ? ਗੁਰਮੁਖੋ, ਇਹ ਰਾਜ ਸੱਤਾ ਦੀ ਕੁਰਸੀ ਹੈ, ਇਹਦੇ 'ਤੇ ਕੋਈ ਵੀ ਜਿਹੜਾ ਆ ਕਰਕੇ ਬੈਠ ਜਾਵੇ, ਇਸ ਸੱਤਾ 'ਤੇ ਬੈਠੇ ਹੋਏ ਮਨੁੱਖ ਦੇ ਪਾਸੋਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਗੱਲ ਜਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਕੀਤੀ ਆ, ਉਹਨਾਂ ਨੂੰ ਸਜ਼ਾ ਦਿਵਾਉਣ ਦੀ ਆਸ ਰੱਖੀ ਤੇ ਮੈਂ ਸਮਝਦਾ ਕਿ ਸਾਡੀ ਬੇਸਮਝੀ ਹੋਵੇਗੀ। ਰਾਜਨੀਤਿਕ ਬੰਦੇ ਕਦੇ ਵਾਸਤੇ ਇਨਸਾਫ ਨਹੀਂ ਕਰਨਗੇ। ਰਾਜਨੀਤਿਕ ਬੰਦੇ ਕਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਕਦੇ ਬਹਾਲ ਕਰਾਉਣ ਵਾਸਤੇ ਕੋਈ ਉਪਰਾਲਾ ਯਤਨ ਨਹੀਂ ਕਰਨਗੇ। ਕੋਈ ਵੀ ਬੰਦਾ ਆ ਜਾਵੇ, ਕੁਰਸੀ ਉਹ ਰਹਿਣੀ ਆ, ਉਹਨਾਂ ਦਾ ਸਿਧਾਂਤ ਵੀ ਉਹੀ ਰਹਿਣਾ, ਉਹਨਾਂ ਦੇ ਕੋਲੋਂ ਜਿਹੜੀ ਆਸ ਰੱਖਣੀ ਆ, ਮੈਂ ਸਮਝਦਾ ਕਿ ਅਣਗਹਿਲੀ ਤੇ ਬੇਸਮਝੀ ਆ, ਇਹ ਕਦੇ ਵਾਸਤੇ ਸਾਨੂੰ ਇਨਸਾਫ ਨਹੀਂ ਦਿਵਾਉਣਗੇ। ਭਾਈ ਸਾਹਿਬ, ਬਹੁ ਗਿਣਤੀ ਪੰਜਾਬ ਦੇ ਵਿੱਚ ਜਿਹੜੀ ਸਿੱਖ ਭਾਈਚਾਰੇ ਦੀ, ਕੀ ਤੁਹਾਨੂੰ ਲੱਗਦਾ ਕਿ ਜੇਕਰ ਇਹ 4.5 ਸਾਲ ਤਾਂ ਹੋ ਗਏ ਨੇ, ਜ਼ਿਆਦਾ ਲੰਬਾ ਸਮਾਂ ਨਹੀਂ ਪਿੱਛੇ ਰਹਿ ਗਿਆ, ਜੇਕਰ ਬੇਅਦਬੀ ਦੇ ਦੋਸ਼ੀਆਂ ਨੂੰ ਇਸ ਸਰਕਾਰ ਦੇ ਵਿੱਚ ਨਹੀਂ ਫੜਿਆ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਇਹਨਾਂ ਨੂੰ ਵੋਟ ਨਹੀਂ ਪਾਉਣਗੇ? ਦੇਖੋ, ਜਿਹੜਾ ਵੋਟਾਂ ਦਾ ਦੌਰ ਆ, ਹੁਣ ਪੰਜਾਬ ਵਿੱਚ ਦੋ ਹੀ ਪਾਰਟੀਆਂ, ਜਾਂ ਤੇ ਬਾਦਲ ਦਾ ਲਿਆ ਤੇ ਜਾਂ ਕੈਪਟਨ ਦਾ ਲਿਆ। ਹੁਣ ਦੋਨਾਂ ਤੋਂ ਕੈਪਟਨ ਦੀ ਛੁੱਟੀ ਹੋ ਗਈ। ਕੈਪਟਨ, ਪਰ ਪਾਰਟੀ ਤੇ ਉਹਦੀ ਉਹੀ ਆ, ਕੁਰਸੀ ਤੋਂ ਲਾਇਆ ਗਿਆ, ਉਹਦੀ ਪਾਰਟੀ ਵੱਲੋਂ ਤੇ ਨਹੀਂ ਨਾ ਉਹਨੂੰ ਕੱਢਿਆ ਗਿਆ, ਪਾਰਟੀ ਤੇ ਉਹਦੀ ਉਹੀ ਨਾ। ਮੈਂ ਸਮਝਦਾ ਕਿ ਆਗੂ ਦਾ ਇੱਕ ਦਲ ਹੁੰਦਾ, ਜਿਸ ਤਰ੍ਹਾਂ ਕਿ ਬਾਦਲ ਆਗੂ ਆ, ਉਹ ਬਾਦਲ ਦਾ ਦਲ ਆ, ਇਹ ਕੈਪਟਨ ਦਾ ਦਲ ਜਾਂ ਸੋਨੀਆ ਦਾ ਦਲ ਸਮਝ ਲਓ। ਇਹਨਾਂ ਦੋਨਾਂ ਦਲਾਂ ਦੀ ਭਰਮਾਰ ਆ। ਲੋਕਾਂ ਨੇ ਆਪਣੇ ਸਵਾਰਥ ਤੇ ਪਦਾਰਥ ਦੇ ਨਾਲ ਜੁੜੇ ਹੁੰਦੇ ਆ। ਕਈ ਲੋਕ ਪਦਾਰਥ ਤੇ ਆ ਕਰਕੇ ਵੋਟ ਪਾ ਦਿੰਦੇ ਆ, ਕਈ ਲੋਕ ਆਪਣਾ ਸਵਾਰਥ ਮੁੱਖ ਰੱਖ ਕਰਕੇ ਵੋਟਾਂ ਪਾ ਦਿੰਦੇ ਆ। ਵੋਟਾਂ ਨਾਲ ਸਾਡਾ ਕੋਈ ਸੰਬੰਧ ਨਹੀਂ। ਮੈਂ ਤੇ ਜਿਹੜੇ ਲੋਕ ਪੰਜਾਬ ਦੀ ਧਰਤੀ 'ਤੇ ਰਹਿੰਦੇ ਆ, ਆਖਰਕਾਰ ਮੈਂ ਇਹੀ ਬੇਨਤੀ ਕਰਾਂਗਾ
ਕਿ ਮੈਂ ਨਾ ਤਾਂ ਐਮਐਲਏ ਬਣਨਾ ਤੇ ਨਾ ਐਮਪੀ ਬਣਨਾ ਤੇ ਨਾ ਮੇਰੇ ਰਿਸ਼ਤੇਦਾਰ ਤੇ ਕਿਸੇ ਪਰਿਵਾਰ ਨੇ ਕਿਸੇ ਅਹੁਦੇਦਾਰੀ ਤੇ ਚੋਣ ਲੜਨੀ ਆ। ਮੈਂ ਇਹ ਬੇਨਤੀ ਕਰੂੰਗਾ ਸਮੁੱਚੇ ਪੰਜਾਬ ਦੇ ਵਾਸੀਆਂ ਨੂੰ, ਭਾਵੇਂ ਹਿੰਦੂ ਆ, ਭਾਵੇਂ ਈਸਾਈ ਤੇ ਭਾਵੇਂ ਮੁਸਲਮਾਨ ਤੇ ਭਾਵੇਂ ਸਿੱਖ ਭਾਈਚਾਰਾ, ਉਸ ਬੰਦੇ ਨੂੰ ਵੋਟ ਪਾਓ ਜਿਹਦਾ ਚਿਹਰਾ ਸਾਫ਼ ਸੁਥਰਾ ਬੇਦਾਗ ਬੰਦੇ ਨੂੰ ਵੋਟ ਪਾਓ। ਜੇਕਰ ਅਸੀਂ ਦਾਗੀ ਬੰਦਿਆਂ ਨੂੰ ਵੋਟਾਂ ਪਾਵਾਂਗੇ ਤੇ ਅਸੀਂ ਪੰਜਾਬ ਦੇ ਭਵਿੱਖ ਨੂੰ ਹੋਰ ਵੀ ਧੁੰਦਲਾ ਕਰਨ ਦਾ ਯਤਨ ਕਰਾਂਗੇ। ਤੇ ਜੇਕਰ ਅਸੀਂ ਪੰਜਾਬ ਦਾ ਭਵਿੱਖ ਉਜਲਾ ਕਰਨਾ ਹੈ ਤੇ ਫਿਰ ਸੱਚੀ ਸੁੱਚੀ ਕਿਸੇ ਸ਼ਖਸੀਅਤ ਨੂੰ, ਆਖਰਕਾਰ ਤਾਂ ਇਸ ਕੁਰਸੀ ਤੇ ਕਿਸੇ ਨਾ ਕਿਸੇ ਬੰਦੇ ਨੇ ਬਹਿਣਾ। ਜਿਸ ਤਰ੍ਹਾਂ ਕਿ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਬਹਾਦਰ ਸ਼ਾਹ ਬਾਦਸ਼ਾਹ ਦੀ ਕੁਰਸੀ ਤੇ ਬੈਠਾ ਤੇ ਕਲਗੀਧਰ ਪਾਤਸ਼ਾਹ ਤੋਂ ਉਹਨੇ ਹਮਾਇਤ ਮੰਗੀ ਤੇ ਕਲਗੀਧਰ ਪਾਤਸ਼ਾਹ ਨੇ ਹਮਾਇਤ ਦਿੱਤੀ ਸੀ। ਸਾਨੂੰ ਸਮੁੱਚੇ ਪੰਜਾਬ ਦੇ ਪੰਜਾਬ ਦੇ ਵਰਗ ਦੇ ਲੋਕਾਂ ਨੂੰ ਆਪਣੀ ਇੱਕੋ ਮੰਗ ਰੱਖਣੀ ਚਾਹੀਦੀ ਆ ਕਿ ਪੰਜਾਬ ਦੇ ਵਿੱਚ ਕੋਈ ਨਸ਼ਾ ਨਾ ਹੋਵੇ। ਸਮੁੱਚੇ ਪੰਜਾਬ ਦੇ ਜਿੰਨੇ ਵੀ ਧਰਮੀ ਲੋਕ ਆ, ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਵੇ, ਧਰਮ ਦੇ ਅਧਾਰਿਆਂ ਦਾ ਸਤਿਕਾਰ ਕੀਤਾ ਜਾਵੇ, ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕੀਤਾ ਜਾਵੇ। ਜਦੋਂ ਸਮੁੱਚਾ ਪੰਜਾਬ ਵਰਗ ਆਪਣੀ ਮੰਗ ਆਏ ਰਾਜਨੀਤਿਕ ਦੇ ਅੱਗੇ ਰੱਖੇਗਾ, ਫਿਰ ਉਹਨਾਂ ਦੀ ਗੁਰਮੁਖੋ ਮਜਬੂਰੀ ਬਣ ਜਾਣੀ ਆ। ਜੇਕਰ ਆਪਾਂ ਸਮੁੱਚੇ ਪੰਜਾਬੀ ਲੋਕ ਪੰਜਾਬ ਦਾ ਆਉਣ ਵਾਲਾ ਭਵਿੱਖ ਉਜਲਾ ਬਣਾਉਣਾ ਚਾਹੁੰਦੇ ਆ ਤੇ ਆਪਾਂ ਨੂੰ ਫਿਰ ਸਾਫ਼ ਸੁਥਰਾ ਚਿਹਰਾ ਅੱਗੇ ਲਿਆਉਣ ਦੀ ਜ਼ਰੂਰਤ ਆ। ਤੇ ਜੇਕਰ ਸੋਨੀਆ ਦਲ, ਬਾਦਲ ਦਲ, ਗੁਰਮੁਖੋ ਇਹਨਾਂ ਨੂੰ ਵੋਟਾਂ ਪਾਓਗੇ ਤੇ ਸਮਝਦੇ ਹਾਂ ਕਿ ਪੰਜਾਬ ਦਾ ਭਵਿੱਖ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਗੰਧਲਾ, ਹੋਰ ਵੀ ਧੁੰਦਲਾ ਹੋਵੇਗਾ। ਇਹ ਪੰਜਾਬ ਦੇ ਸਮੂਹ ਵਾਸੀਆਂ ਦੇ ਹੱਥ ਵਿੱਚ ਆ। ਜਿਹੋ ਜਿਹਾ ਉਹ ਚਿਹਰਾ ਵੋਟਾਂ ਦੇ ਦੁਆਰਾ ਲਿਆਉਣਗੇ ਉਹੋ ਜਿਹਾ ਸਾਹਮਣੇ ਆਵੇਗਾ। ਜੇਕਰ ਆਪਾਂ ਸਾਫ਼ ਸੁਥਰੇ ਨੂੰ ਵੋਟਾਂ ਪਾਵਾਂਗੇ ਤੇ ਸਾਡਾ ਭਵਿੱਖ ਉਜਲਾ ਹੋਵੇਗਾ, ਤੇ ਜੇਕਰ ਆਪਾਂ ਚਿਹਰੇ ਗੰਦੇ ਨੂੰ ਵੋਟਾਂ ਪਾਵਾਂਗੇ ਤੇ ਪੰਜਾਬ ਦਾ ਭਵਿੱਖ ਹੋਰ ਵੀ ਗੰਧਲਾ ਤੇ ਧੁੰਦਲਾ ਹੋਵੇਗਾ। ਇਹ ਮੇਰੀ ਬੇਨਤੀ ਸਾਰਿਆਂ ਨੇ ਪ੍ਰਵਾਨ ਕਰਨੀ। ਭਾਈ ਸਾਹਿਬ, ਤੁਸੀਂ ਗੱਲ ਕਿਰਦਾਰ ਦੀ ਕੀਤੀ ਸੀ। ਜੋ ਹੁਣ ਮੁੱਖ ਮੰਤਰੀ ਬਣੇ ਨੇ ਚਰਨਜੀਤ ਸਿੰਘ ਚੰਨੀ, ਪਿਛਲੇ ਦਿਨੀ ਇਹਨਾਂ ਵੱਲੋਂ ਇਹਨਾਂ ਦੇ ਉੱਤੇ ਗੰਭੀਰ ਇਲਜ਼ਾਮ ਲੱਗਾ ਸੀ ਕਿ ਇਹਨਾਂ ਨੇ ਇੱਕ ਲੇਡੀ IAS ਆਫਿਸਰ ਨੂੰ ਜਿਹੜਾ ਇਹਨਾਂ ਨੇ ਇੱਕ ਅਸ਼ਲੀਲ ਮੈਸੇਜ ਭੇਜੇ ਨੇ। ਔਰ ਜੋ ਨੈਸ਼ਨਲ ਚੇਅਰਪਰਸਨ ਆ, ਉਹਨਾਂ ਵੱਲੋਂ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਗਈ ਹੈ ਕਿ ਇਹਨਾਂ ਦੇ ਉੱਤੇ ਐਡੇ ਗੰਭੀਰ ਇਲਜ਼ਾਮ ਨੇ ਤਾਂ ਇਹਨਾਂ ਨੂੰ ਇਸ ਕੁਰਸੀ ਦੇ ਉੱਤੇ ਉਤਾਰਿਆ ਜਾਵੇ। ਕੀ ਤੁਹਾਨੂੰ ਲੱਗਦਾ ਹੈ ਕਿ ਉਹ ਸੋਨੀਆ ਗਾਂਧੀ ਜੋ ਨੇ ਉਹ ਜੋ ਚੇਅਰਪਰਸਨ ਨੇ ਉਹਨਾਂ ਦੀ ਗੱਲ ਦੇ ਉੱਤੇ ਕੋਈ ਅਮਲ ਕਰਨਗੇ? ਵੇਖੋ, ਇਹ ਰਾਜਨੀਤਿਕ ਮੁੱਦਾ, ਇਹਦੇ ਬਾਰੇ ਜ਼ਿਆਦਾ ਮੈਨੂੰ ਕੋਈ ਜਾਣਕਾਰੀ ਨਹੀਂ। ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਜੇਕਰ ਅੱਗੇ ਮੈਂ ਬੇਨਤੀ ਕੀਤੀ ਨਾ, ਜੇਕਰ ਆਪਾਂ ਪੰਜਾਬ ਦਾ ਕੁਛ ਸਵਾਰਨਾ ਚਾਹੁੰਦੇ ਹਾਂ ਤੇ ਸਾਫ਼ ਸੁਥਰੇ ਚਿਹਰੇ ਨੂੰ ਅੱਗੇ ਲਿਆਂਦਾ ਜਾਵੇ ਤਾਂ ਕਿ ਪੰਜਾਬ ਦਾ ਕੁਝ ਨਾ ਕੁਝ ਸੌਰ ਸਕੇ। ਤੇ ਜੇਕਰ ਆਪਾਂ ਦਾਗੀ ਬੰਦਿਆਂ ਦੀ ਸਪੋਰਟ ਕਰਾਂਗੇ, ਉਹ ਪੰਜਾਬ ਨੂੰ ਹੋਰ ਵੀ ਧੁੰਦਲਾ ਤੇ ਗੰਦਲਾ ਕਰਨਗੇ। ਇਸ ਕਰਕੇ ਬੇਦਾਗ ਬੰਦੇ, ਕਿਉਂ ਰਾਜਨੀਤੀ ਦੇ ਵਿੱਚ ਵੀ ਕਈ ਲੋਕ ਬੇਦਾਗ ਹੁੰਦੇ ਆ, ਇਹ ਜ਼ਰੂਰੀ ਨਹੀਂ ਕਿ ਸਾਰੇ ਦਾਗੀ ਆ, ਕੁਝ ਲੋਕ ਬੇਦਾਗ ਵੀ ਹੋਣਗੇ। ਆਪਾਂ ਬੇਦਾਗ ਚਿਹਰੇ ਦੀ ਸਪੋਰਟ ਕਰਕੇ ਆਪਾਂ ਪੰਜਾਬ ਦਾ ਕੁਝ ਸਵਾਰੀਏ, ਆਉਣ ਵਾਲੇ ਸਮੇਂ ਵਿੱਚ ਦਾਗੀ ਬੰਦਿਆਂ ਤੋਂ ਆਪਾਂ ਕਿਨਾਰਾ ਕਰੀਏ। ਇਹ ਬੇਨਤੀ ਪ੍ਰਵਾਨ ਕਰਨੀ। ਭਾਈ ਸਾਹਿਬ, ਜਿਹੜੀ ਪਿਛਲੇ ਦਿਨੀ ਕੇਸਗੜ੍ਹ ਸਾਹਿਬ ਵਿਖੇ ਜਿਹੜੀ ਬੇਅਦਬੀ ਹੋਈ ਆ, ਬੀੜੀ ਪੀਤੀ ਗਈ ਆ, ਉੱਥੇ ਕਿਵੇਂ ਵੇਖਦੇ ਹੋ? ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤੀ ਗਈ ਆ। ਇਹਦੇ ਮੰਗਰ ਕੌਣ ਹੈ, ਸਾਰਿਆਂ ਨੂੰ ਪਤਾ। ਜਿੱਥੇ ਜਿੱਥੇ ਪੰਜਾਬ ਜਾਂ ਪੰਜਾਬ ਤੋਂ ਬਾਹਰ ਇਹ ਬੇਅਦਬੀ ਵਾਲੀਆਂ ਘਟਨਾਵਾਂ ਵਾਪਰੀਆਂ, ਉਹ ਸਾਰਿਆਂ ਦਾ ਸੰਬੰਧ ਸਰਸਾ ਡੇਰੇ ਦੇ ਨਾਲ ਜੁੜਿਆ ਆਉਂਦਾ। ਪਰ ਹੁੰਦਾ ਇਹ ਆ, ਜਦੋਂ ਪ੍ਰਸ਼ਾਸਨ ਦੇ ਕੋਲੇ ਉਹ ਦੋਸ਼ੀ ਆਉਂਦਾ, ਉਹ ਕਹਿ ਦਿੰਦੇ ਆ ਇਹ 6 ਮਹੀਨਿਆਂ ਤੋਂ ਡੇਰੇ ਨਹੀਂ ਜਾਂਦਾ। ਕਿਸੇ ਨੂੰ ਕਹਿ ਦਿੰਦੇ ਕਿ ਸਾਲ ਦਾ ਸਮਾਂ ਬੀਤ ਗਿਆ, ਡੇਰੇ ਨਹੀਂ ਜਾਂਦਾ। ਕਿਸੇ ਦਾ 2 ਸਾਲ ਦਾ ਕਹਿ ਦਿੰਦੇ। ਅਕਸਰ ਗੁਰਮੁਖੋ ਇਹ ਘਟਨਾਵਾਂ ਕਰਨ ਵਾਲੇ ਦੋਸ਼ੀ ਦਾ ਸੰਬੰਧ ਸਰਸੇ ਡੇਰੇ ਦੇ ਨਾਲ ਜੁੜਿਆ ਹੁੰਦਾ। ਇਹ ਮਿਲੀ ਸਾਜ਼ਿਸ਼ ਦੇ ਤਹਿਤ ਕੀਤਾ ਜਾਂਦਾ, ਮਿਲੀ ਭੁਗਤ ਦੇ ਨਾਲ ਕੀਤਾ ਜਾਂਦਾ। ਇਹਨਾਂ ਲੋਕਾਂ ਨੂੰ ਖਰੀਦ ਕਰਕੇ ਕੀਤਾ ਨਹੀਂ, ਕਰਵਾਇਆ ਜਾਂਦਾ। ਲਾਲਚ ਦੇ ਕਰਕੇ, ਨੋਟ ਤੇ ਸਪੋਰਟ ਦੇ ਕਰਕੇ ਇਹਨਾਂ ਤੋਂ ਇਹੋ ਜਿਹੇ ਜਿਹੜੇ ਮੰਦੇ ਜਾਂ ਬੇਅਦਬੀ ਵਾਲੇ ਕੰਮ ਇਹਨਾਂ ਤੋਂ ਅਕਸਰ ਕਰਵਾਏ ਜਾਂਦੇ। ਇਹਨਾਂ ਸਾਰਿਆਂ ਦਾ ਸੰਬੰਧ ਜਿਹੜਾ ਉਹ ਸਰਸੇ ਵਾਲੇ ਡੇਰੇ ਨਾਲ ਜੁੜਿਆ। ਕੋਈ ਵੀ ਸਰਸੇ ਡੇਰੇ ਤੋਂ ਬਾਹਰ ਨਹੀਂ। ਜਿੰਨੇ ਵੀ ਦੋਸ਼ੀ ਫੜੇ ਗਿਆ, ਭਾਵੇਂ 2015 ਭਾਵੇਂ 2021 ਆ ਗਿਆ, 15 ਤੋਂ ਲੈ ਕਰਕੇ 21 ਆ ਗਿਆ, ਜਿੰਨੇ ਵੀ ਦੋਸ਼ੀ ਫੜੇ ਗਏ ਸਾਰਿਆਂ ਦਾ ਸੰਬੰਧ ਸਰਸਾ ਡੇਰੇ ਦੇ ਨਾਲ ਜੁੜਿਆ। ਭਾਈ ਸਾਹਿਬ, ਕੀ ਕਾਰਨ ਕੀ ਆ ਕਿ ਉਹ ਕਿਉਂ, ਮਨਸ਼ਾ ਕੀ ਹੈ? ਜੇ ਸਰਸੇ ਵਾਲੇ ਦੀ ਵੀ ਗੱਲ ਕਰੀਏ ਤਾਂ ਕੀ ਮਨਸ਼ਾ ਕੀ ਪਿੱਛੇ ਸਭ ਕੁਝ ਕਰਨ ਦੀ? ਮਨਸ਼ਾ ਉਹਨਾਂ ਦੀ ਇੱਕੋ ਹੀ ਆ
ਕਿ ਅਸੀਂ ਲੋਕ ਆਪਣੇ ਫਰਜ਼ਾਂ ਤੋਂ ਭੱਜ ਗਏ ਹਾਂ। ਜਿਸ ਦਿਨ ਬੇਅਦਬੀ ਕਰਨ ਵਾਲੇ 2 ਜਾਂ 3 ਝਟਕਾਏ ਗਏ ਤੇ ਇਹ ਬੇਅਦਬੀਆਂ ਜਾਂ ਅਪਰਾਧ ਕਰਨ ਵਾਲੇ ਲੋਕ ਦੁਬਾਰਾ ਨਹੀਂ ਆਉਣਗੇ, ਕਿਉਂਕਿ ਇਹਨਾਂ ਦੇ ਮੂੰਹ 'ਤੇ ਨਹੀਂ ਪਈਆਂ, ਕਿਸੇ ਨੇ ਛਿੱਤਰ ਨਹੀਂ ਫੇਰਿਆ, ਕਿਸੇ ਨੇ ਗਾਟਾ ਨਹੀਂ ਵੱਢਿਆ। ਜਿਸ ਦਿਨ 1-2 ਦੇ ਗਾਟੇ ਵੱਢੇ ਗਏ, ਲੱਤਾਂ ਬਾਹਾਂ ਤੋੜੀਆਂ ਗਈਆਂ, ਉਸ ਦਿਨ ਗੁਰਮੁਖੋ ਇਹ ਦੋਸ਼ੀ ਬੰਦੇ ਗੁਰੂ ਘਰ ਵੱਲ ਕਦੇ ਵਾਸਤੇ ਮੂੰਹ ਨਹੀਂ ਕਰਨਗੇ ਜੀ। ਭਾਈ ਸਾਹਿਬ, ਪਿੱਛੇ ਜੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਕੰਸਟਰਕਸ਼ਨ ਸ਼ੁਰੂ ਕੀਤੀ ਗਈ ਸੀ ਤਾਂ ਭਾਈ ਵਡਾਲਾ ਜੀ ਵੱਲੋਂ ਵਿਰੋਧ, ਹੋਰ ਵੀ ਸਿੱਖ ਜਥੇਬੰਦੀਆਂ ਵੱਲੋਂ ਉਹਦਾ ਵਿਰੋਧ ਕੀਤਾ ਗਿਆ ਸੀ ਕਿ ਸਾਡੇ ਇਤਿਹਾਸ ਨੂੰ ਜੋ SGPC ਹੈ ਉਹ RSS ਨਾਲ ਮਿਲ ਕੇ ਮਿਟਾਉਣਾ ਚਾਹੁੰਦੀ ਆ। ਕਿਵੇਂ ਵੇਖਦੇ ਹੋ? ਜਿਹੜੀ ਸ਼੍ਰੋਮਣੀ ਕਮੇਟੀ ਆ, ਉਹਨੂੰ ਸ਼੍ਰੋਮਣੀ ਕਮੇਟੀ ਕਹਿਣਾ ਗਲਤ ਆ। ਇਹ ਬਾਦਲ ਕਮੇਟੀ ਆ, ਇੱਕ RSS ਦੀ ਕਮੇਟੀ ਆ, ਇੱਕ ਪਰਿਵਾਰ ਦੀ ਕਮੇਟੀ ਆ। ਇਹਨਾਂ ਨੇ ਵਿਗਾੜਨਾ ਕੀ ਆ? ਇਤਿਹਾਸ ਸਾਡੇ ਨੂੰ ਵਿਗਾੜ ਦਿੱਤਾ, ਕਿਉਂਕਿ ਜਿਹੜੀ ਸ਼੍ਰੋਮਣੀ ਕਮੇਟੀ ਦੀ ਚੋਣ ਆ ਉਹ ਨੋਟਾਂ ਨਾਲ ਤੇ ਨਸ਼ਿਆਂ ਨਾਲ ਕੀਤੀ ਜਾਂਦੀ ਆ। ਜਦੋਂ ਅਸੀਂ ਨੋਟ ਲੈ ਕਰਕੇ, ਨਸ਼ਾ ਲੈ ਕਰਕੇ ਸ਼੍ਰੋਮਣੀ ਕਮੇਟੀ ਦੀ ਚੋਣ ਕਰਾਂਗੇ ਤੇ ਗੁਰਮੁਖੋ ਚੰਗੇ ਕੰਮ ਕਿਵੇਂ ਕਰਨਗੇ? ਇੱਕ ਧਾਰਮਿਕ ਬੰਦੇ ਦੀ ਚੋਣ ਕਰਨੀ ਆ, ਸ਼ਰਾਬ ਪੀ ਕੇ, ਭੁੱਕੀ ਖਾ ਕੇ, ਪੈਸੇ ਕਰਕੇ ਲੈ ਕਰਕੇ ਉਹਦੀ ਚੋਣ ਕਰਾਂਗੇ ਤਾਂ ਉਹ ਚੰਗੇ ਕੰਮ ਕਿੱਥੋਂ ਕਰਨਗੇ? ਜੇਕਰ ਆਪਾਂ ਸੁਧਾਰ ਕਰਨਾ ਚਾਹੁੰਦੇ ਹਾਂ ਤੇ ਗੁਰਮੁਖੋ ਪਹਿਲਾਂ ਜਿਹੜਾ ਵੋਟ ਲੈਣ ਵਾਸਤੇ ਆਉਂਦਾ ਸ਼੍ਰੋਮਣੀ ਕਮੇਟੀ ਦੇ ਅਦਾਰੇ ਦਾ, ਉਹ ਮੈਂਬਰ ਬਣਨਾ ਚਾਹੁੰਦਾ, ਆਪਾਂ ਪੁੱਛੀਏ ਕਿ ਭਰਾ ਬਾਣੀ ਕਿੰਨੀ ਪੜ੍ਹਦਾ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਤੂੰ ਰਹਿਤ ਰੱਖਦਾ? ਹੁੰਦਾ ਇਸ ਤਰ੍ਹਾਂ, ਸ਼ਾਮ ਨੂੰ ਸ਼ਰਾਬ ਪੀਂਦੇ ਸਾਰੇ ਨਹੀਂ, ਕੁਝ ਵਿੱਚੋਂ ਬਚੇ ਵੀ ਹੋਣਗੇ, ਪਰ ਬਹੁਤਾਤ ਗਿਣਤੀ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਗੁਰਮੁਖੋ ਮੈਂਬਰ ਆ ਉਹ ਬਾਦਲ ਪਰਿਵਾਰ ਨਾਲ ਸੰਬੰਧਿਤ ਆ, ਸ਼ਰਾਬ ਵੀ ਪੀਂਦੇ ਆ, ਮੀਟ ਵੀ ਖਾਂਦੇ ਆ, ਉਹਨਾਂ ਦਾ ਨਿਤਨੇਮ ਵੀ ਕੋਈ ਨਹੀਂ। ਮੈਂ ਮਾਲਵੇ ਦੀ ਧਰਤੀ 'ਤੇ ਰਹਿਣ ਵਾਲਾ ਗੁਰਮੁਖੋ, ਮਾਲਵੇ ਦਾ ਮੇਰਾ ਪਿੰਡ ਆ। ਉੱਥੇ ਸਾਡੇ ਹਲਕੇ ਦਾ ਇੱਕ ਦਿਆਲ ਸਿੰਘ ਕੋਲਿਆਂ ਵਾਲੀ ਹੁੰਦਾ ਸੀ। ਅੱਜ ਉਹ ਦੁਨੀਆ 'ਤੇ ਨਹੀਂ ਰਿਹਾ, ਨਰਕਾਂ ਵਿੱਚ ਗਿਆ, ਕੁੱਤੇ ਦੀ ਮੌਤ ਮਰਿਆ, ਕੈਂਸਰ ਦਾ ਮਰੀਜ਼ ਹੋ ਕੇ ਮਰਿਆ। ਮੈਂ ਕਾਰ ਸੇਵਾ ਵਾਲਿਆਂ ਦੇ ਨਾਲ ਉਹਨਾਂ ਦੇ ਪਿੰਡ ਗਰਾਈ ਕਰਨ ਵਾਸਤੇ ਗਿਆ ਸੀ। ਮੈਂ ਆਪਣੀ ਅੱਖਾਂ ਨਾਲ ਵੇਖਿਆ, ਕੰਨਾਂ ਨਾਲ ਸੁਣਿਆ। ਅੰਮ੍ਰਿਤ ਵੇਲੇ ਦਾ ਟਾਈਮ ਸੀ ਤੇ ਬਰਾਨੀ ਖੇਤਾਂ ਵਿੱਚੋਂ ਗੁਰਮੁਖੋ ਅੰਮ੍ਰਿਤ ਵੇਲੇ ਤਿੱਤਰ ਮਾਰਦਾ ਫਿਰਦਾ ਸੀ। ਹੋਵੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਤੇ ਅੰਮ੍ਰਿਤ ਵੇਲੇ ਸ਼ਿਕਾਰ ਖੇਡ ਕਰਕੇ ਤਿੱਤਰ ਮਾਰੇ। ਗੁਰਮੁਖੋ ਜਦੋਂ ਅਸੀਂ ਤਿੱਤਰ ਮਾਰਨ ਵਾਲੇ ਲੋਕਾਂ ਦੀ ਚੋਣ ਕਰਾਂਗੇ ਨਾ ਤਾਂ ਉਹ ਕਦੇ ਧਰਮ ਦਾ ਕੰਮ ਕਦੇ ਨਹੀਂ ਕਰਨਗੇ। ਇਸ ਕਰਕੇ ਧਰਮੀ ਅਦਾਰੇ ਦੀ ਚੋਣ ਕਰਨੀ ਆ, ਸ਼੍ਰੋਮਣੀ ਕਮੇਟੀ ਦੇ ਮੈਂਬਰ ਦੀ ਚੋਣ ਕਰਨੀ ਆ ਤੇ ਗੁਰਮੁਖੋ ਸਾਡਾ ਪੁੱਛਣ ਦਾ ਤਾਂ ਫਰਜ਼ ਹੈ, ਉਹਨੂੰ ਵੋਟ ਪਾਉਣੀ ਆ। ਅਕਸਰ ਵੋਟਾਂ ਪੈਣੀਆਂ, ਵੋਟਾਂ ਪਾਉਣੀਆਂ, ਵੋਟਾਂ ਦੇ ਨਾਲ ਉਹ ਮੈਂਬਰ ਬਣਨੇ ਆ। ਤੇ ਜੇ ਵੋਟ ਅਸੀਂ ਗਲਤ ਬੰਦੇ ਨੂੰ ਪਾਵਾਂਗੇ ਤੇ ਚੰਗਾ ਕੰਮ ਕਿੱਥੋਂ ਕਰੂਗਾ? ਇਸ ਕਰਕੇ ਜੇ ਅਸੀਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੀ ਚੋਣ ਕਰਨੀ ਆ ਤੇ ਫਿਰ ਉਹ ਵੀ ਅਸੀਂ ਵੇਖੀਏ ਕਿ ਨਹੀਂ ਅੰਮ੍ਰਿਤ ਛਕਿਆ, ਇਹਦੀ ਰਹਿਤ ਆ, 7 ਬਾਣੀਆਂ ਦਾ ਨਿਤਨੇਮ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦਾ, ਰਹਿਤ ਰੱਖਦਾ। ਇਹ ਸਾਡੇ ਕਹਿਣ ਦੀ ਗੱਲ ਨਹੀਂ, ਕਲਗੀਧਰ ਪਾਤਸ਼ਾਹ ਦੇ ਬਚਨ ਆ, ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ। ਇਹ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੀ ਕਮੇਟੀ ਬਣ ਗਈ ਆ। ਇਹ ਪ੍ਰਧਾਨ ਨਹੀਂ, ਇਹ ਬਾਦਲ ਪਰਿਵਾਰ ਦੀ ਪ੍ਰਧਾਨ ਆ ਤੇ ਜਿਹੜੇ ਤਖਤਾਂ ਦੇ ਜਥੇਦਾਰ ਆ ਉਹ ਬਾਦਲ ਪਰਿਵਾਰ ਦੇ ਜਥੇਦਾਰ। ਇਸ ਕਰਕੇ ਨਾ ਕੌਮ ਦੇ ਸੀ। ਆਉਣ ਵਾਲੇ ਸਮੇਂ ਵਿੱਚ ਕੋਈ ਸੁਧਾਰ ਆ ਜਾਵੇ ਤੇ ਮੈਂ ਕਹਿ ਨਹੀਂ ਸਕਦਾ। ਜੇਕਰ ਸਾਡੇ ਲੋਕਾਂ ਦੀ ਚਾਲ ਚੱਲਣ ਸਵਾਰਥ ਤੇ ਪਦਾਰਥ ਅਧੀਨ ਰਹੇ ਤੇ ਗੁਰਮੁਖੋ ਆਉਣ ਵਾਲਾ ਭਵਿੱਖ ਹੋਰ ਵੀ ਸਾਡਾ ਧੁੰਦਲਾ ਹੋਵੇਗਾ। ਭਾਈ ਸਾਹਿਬ, ਕੁਛ ਲੋਕਾਂ ਵੱਲੋਂ ਪਹਿਲਾਂ ਗੁਰਬਾਣੀ ਨੂੰ ਜਿਹੜਾ ਤੋੜ ਮਰੋੜ ਕੇ ਬੋਲਿਆ ਜਾਂਦਾ ਔਰ ਬਾਅਦ ਵਿੱਚ ਮਾਫੀ ਮੰਗ ਲਈ ਜਾਂਦੀ। ਜੇਕਰ ਪਿਛਲੇ ਦਿਨੀ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸ ਮਾਨ ਵੱਲੋਂ ਵੀ ਜਿਹੜਾ ਗੁਰਦਾਸ ਮਾਨ ਦੇ ਉੱਤੇ 295 ਦਾ ਪਰਚਾ ਦਰਜ ਕਰਵਾਇਆ ਗਿਆ। ਕਿਵੇਂ ਵੇਖਦੇ ਹੋ? ਪਹਿਲੀ ਤਾਂ ਗੱਲ ਇਹ ਹੈ ਕਿ ਜਦੋਂ ਸਾਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਤੇ ਅਸੀਂ ਗੁਰਬਾਣੀ ਪੜ੍ਹਦੇ ਕਿਉਂ ਆ? ਇਹ ਜ਼ਰੂਰੀ ਨਹੀਂ ਵੀ ਸਾਨੂੰ ਗੁਰਬਾਣੀ ਨਹੀਂ ਪੜ੍ਹਨੀ ਆਉਂਦੀ ਤੇ ਅਸੀਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਗਲਤ ਬਾਣੀ ਪੜ੍ਹੀਏ। ਨਹੀਂ, ਜੇਕਰ ਗੁਰਬਾਣੀ ਪੜ੍ਹਨੀ ਆ ਤੇ ਗੁਰਬਾਣੀ ਦੀ ਪਹਿਲਾਂ ਸੰਥਿਆ ਕਰੋ, ਗੁਰਬਾਣੀ ਸਿੱਖੋ। ਜੇਕਰ ਸਾਨੂੰ ਇਤਿਹਾਸ ਬਾਰੇ ਕੋਈ ਸੋਝੀ ਨਹੀਂ, ਜੇਕਰ ਇਤਿਹਾਸ ਅਸੀਂ ਸਟੇਜਾਂ 'ਤੇ ਸੁਣਾਉਣਾ ਤੇ ਗੁਰਮੁਖੋ ਇਤਿਹਾਸ ਪੜ੍ਹੋ, ਪੜ੍ਹ ਕਰਕੇ ਇਤਿਹਾਸ ਸੁਣਾਓ। ਜੇਕਰ ਗੁਰਬਾਣੀ ਦੀਆਂ ਪੰਕਤੀਆਂ, ਗੁਰਬਾਣੀ ਦੇ ਸ਼ਬਦ ਅਸੀਂ ਸਟੇਜਾਂ 'ਤੇ ਸੁਣਾਉਣੇ ਆ, ਪਹਿਲਾਂ ਗੁਰਬਾਣੀ ਦੇ ਬਾਰੇ ਸੰਥਿਆ ਕਰਨੀ, ਇਤਿਹਾਸ ਨੂੰ ਪੜ੍ਹਨਾ, ਵਾਚ ਕਰਕੇ, ਪਕਾ ਕਰਕੇ ਆਪਾਂ ਬੋਲਿਆ ਕਰੀਏ। ਆਉਣ ਵਾਲੇ ਸਮੇਂ ਵਿੱਚ ਆਪਾਂ ਨੂੰ ਫਿਰ ਉਹਨਾਂ ਗਲਤੀਆਂ ਦੀ ਸਜ਼ਾ ਮਿਲਦੀ ਆ। ਫਿਰ ਕਹਿ ਦਿੰਦੇ ਕਿ ਸਾਡੇ ਨਾਲ ਧੱਕਾ ਹੋਇਆ ਤੇ ਧੱਕਾ ਪਹਿਲਾਂ ਆਪ ਕਰਨ ਦਾ ਅਸੀਂ ਯਤਨ ਕਰਦੇ ਹਾਂ। ਗਲਤ ਇਤਿਹਾਸ ਸੁਣਾਉਣਾ, ਗਲਤ ਗੁਰਬਾਣੀ ਪੜ੍ਹਨੀ ਤੇ ਮੁੜ ਕੇ ਸਮੁੱਚੀ ਕੌਮ ਦੇ ਕੋਲੋਂ ਮਾਫੀ ਮੰਗਣੀ, ਇਹ ਅਸੂਲ ਨਹੀਂ ਗਾ। ਜੇ ਗੁਰਬਾਣੀ ਪੜ੍ਹਨੀ ਆ, ਲੋਕਾਂ ਨੂੰ ਸੁਣਾਉਣੀ ਆ ਤੇ ਗੁਰਬਾਣੀ ਸਿੱਖਣੀ ਵੀ ਜ਼ਰੂਰੀ ਆ। ਜੇਕਰ ਇਤਿਹਾਸ ਅਸੀਂ ਲੋਕਾਂ ਨੂੰ ਸੁਣਾਉਣਾ
ਤੇ ਇਤਿਹਾਸ ਬਾਰੇ ਆਪਾਂ ਨੂੰ ਜਾਣਕਾਰੀ ਜ਼ਰੂਰੀ ਹੋਣੀ ਚਾਹੀਦੀ ਆ, ਤਾਂ ਕਿ ਆਪਾਂ ਨੂੰ ਆਉਣ ਵਾਲੇ ਸਮੇਂ ਵਿੱਚ ਨਮੋਸ਼ੀ ਸੰਗਤਾਂ ਦੇ ਕੋਲੋਂ ਵੇਖਣ ਵਾਸਤੇ ਨਾ ਮਿਲੇ। ਭਾਈ ਸਾਹਿਬ, ਲਾਸਟ ਸਵਾਲ ਹੈ, ਕੀ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਆਪਣੇ ਵੱਲੋਂ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਨੂੰ ਸੰਗਤਾਂ ਨੂੰ ਬੇਨਤੀ ਕਰਦਾ ਕਿ ਜੋ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਖਾਲਸਾ ਰਵਾਇਤ, ਖਾਲਸਾ ਤਰੀਕਾ, ਖਾਲਸਾਈ ਸ਼ਾਨੋ ਸ਼ੌਕਤ ਉਹ ਕੀ ਆ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਕੇਸ ਦਾੜੀ ਰੱਖਣੀ, ਗਾਤਰੇ ਕਿਰਪਾਨ 9 ਇੰਚੀ ਤੇ ਪੰਥ ਦੀ ਹਮਾਇਤ ਕਰਨ ਵਾਸਤੇ ਹੱਥ ਵਿੱਚ 3 ਫੁੱਟੀ ਕਿਰਪਾਨ ਰੱਖਣੀ, ਸ਼ਾਸਤਰ ਵਿਦਿਆ ਦਾ ਅਭਿਆਸ ਕਰਨਾ, ਬਾਣੀ ਸਿੱਖਣੀ, ਗੁਰਬਾਣੀ ਸਿਖਾਉਣੀ, ਸਿੱਖੀ ਦਾ ਪ੍ਰਚਾਰ ਕਰਨਾ ਅਤੇ ਕਰਵਾਉਣਾ। ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਸ਼ਸਤਰ ਧਾਰੀ ਹੋਈਏ, ਮਾਈ ਵੀ ਸ਼ਸਤਰ ਧਾਰੀ ਹੋਵੇ, ਭਾਈ ਵੀ ਸ਼ਸਤਰ ਧਾਰੀ ਹੋਵੇ। ਜਦੋਂ ਸਮੁੱਚਾ ਸਿੱਖ ਪੰਥ, ਸਿੱਖ ਸਮਾਜ ਸ਼ਸਤਰ ਧਾਰੀ ਹੋ ਗਿਆ, ਗੁਰਮੁਖੋ ਇਹ ਜਿਹੜੇ ਵਿਰੋਧੀ ਲੋਕ ਆ ਆਪਣੇ ਗੁਰੂ ਘਰਾਂ ਵੱਲ ਕਦੇ ਵਾਸਤੇ ਮੂੰਹ ਨਹੀਂ ਕਰਨਗੇ। ਇਹ ਸਾਡੀ ਬੇਸਮਝੀ ਤੇ ਅਣਗਹਿਲੀ ਆ। ਆਪਾਂ ਅਣਗਹਿਲੀ ਦਾ ਸ਼ਿਕਾਰ ਨਾ ਹੋਈਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, 5 ਕਕਾਰ ਆਪਣੇ ਸਰੀਰ 'ਤੇ ਧਾਰਨ ਕਰੀਏ ਅਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨੀਏ। ਦੰਭੀਆਂ ਪਖੰਡੀਆਂ ਦੇ ਡੇਰਿਆਂ 'ਤੇ ਕਦੇ ਵਾਸਤੇ ਭੁੱਲ ਕਰਕੇ ਨਾ ਜਾਇਆ ਕਰੀਏ। ਇਹ ਮੇਰੀ ਬੇਨਤੀ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਨੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਨਾਲ ਭਾਈ ਅਮਰੀਕ ਸਿੰਘ ਅਜਨਾਲਾ ਜੀ, ਜਿਨ੍ਹਾਂ ਨੇ ਰਾਜਨੀਤਿਕ ਔਰ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ। ਸੋ ਤੁਸੀਂ ਇਸ ਤਰ੍ਹਾਂ ਜੁੜੇ ਰਹੋ ਸਾਡੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਪ੍ਰਦੀਪ ਅਰੋੜਾ ਦੀ ਅਜਨਾਲਾ ਤੋਂ ਰਿਪੋਰਟ।